Thermal expansion. Thermal expansion. Temperature ਨਾਲ expansion. Heat ਦੇ ਨਾਲ expansion. कोई भी ऑब्जेक्ट है उसका टेम्परेचर इंक्रीज करते हैं तो the dimensions उसका साइज चेंज करता है and that is called thermal expansion. Commonly observe ਕੀਤਾ ਹੁੰਦਾ ਆਪਾਂ ਲਾਈਕ ਆਪਣੇ ਬਾਈਕ ਤੇ ਸਾਈਕਲ ਦੇ ਗ੍ਰਿਪ ਲੱਗੀ ਹੁੰਦੀ ਹੈ ਜਦ ਟਾਈਮ ਸ਼ੁਰੂ ਹੋ ਜਾਂਦਾ ਸਰਦੀਆਂ ਦੇ ਵਿੱਚ ਪੂਰੀ ਟਾਈਟਲੀ ਗ੍ਰਿਪ ਕਰ ਲੈਂਦੇ ਪਲਾਸਟਿਕ ਦੇ ਵਿੱਚ ਆਪਾਂ ਨੂੰ ਥਰਮਲ ਐਕਸਪੈਂਸ਼ਨ ਦਾ ਇਫੈਕਟ ਜ਼ਿਆਦਾ ਆਬਜ਼ਰਵ ਹੁੰਦਾ ਰੈਦਰ ਦੈਨ ਮੈਟਲ ਹੁੰਦਾ ਸਭ ਦੇ ਵਿੱਚ ਹੀ ਲੋਅਰ ਕਲਾਸਿਸ ਸ਼ਾਇਦ ਇੱਕ ਐਕਸਪੈਰੀਮੈਂਟ ਇਹ ਦੇਖਿਆ ਹੋਵੇਗਾ ਕਿ एक रिंग है ਇਹਦੇ ਵਿੱਚੋਂ ਆਪਾਂ ਇੱਕ ਸਫੀਅਰ ਪਾਸ ਕਰਨ ਦੀ ਟਰਾਈ ਕਰ ਰਹੇ ਹਾਂ ਬਟ ਉਹ ਸਫੀਅਰ ਵਿੱਚ ਫਸ ਜਾਂਦਾ ਹੁੰਦਾ ਨਾਰਮਲੀ ਇਹਦੇ ਨਾਲ ਚੇਨ ਹੁੰਦਾ ਸਫੀਅਰ just tight ਹੋ ਰਿਹਾ ਹੁੰਦਾ just ਇਹਦੇ ਚ ਫਿਰ ਅੱਗੇ ਐਕਸਪੈਰੀਮੈਂਟ ਹੁੰਦਾ ਕਿ ਈਦਰ ਇਹਨੂੰ ਖੋਲ ਕੇ ਫ੍ਰੀਜ਼ਰ ਚ ਰੱਖ ਦੋ ਜਾਂ ਸਪਿਰਿਟ ਲੈਂਪ ਤੇ ਇਹਨੂੰ ਹੀਟ ਕਰ ਲਓ ਫਿਰ ਦੇਖੋ ਫਿਰ ਵਿੱਚੋਂ ਹੀ ਲੰਘ ਜਾਂਦਾ ਫਿਰ ਉਹਦੇ ਵਿੱਚ ਦੀ ਲੰਘ ਜਾਂਦਾ this is concept of thermal expansion. A idea, this is idea of thermal expansion. Temperature increase करते हैं, size increase कर दे. Temperature decrease करते हैं, size decrease कर दे. कोई flyover बनया हुआ है देखिए ਉਹਦੇ ਵਿੱਚ कुछ gap रखे होंगे. ਉਹ thermal expansion ਦੇ effect ਨੂੰ compensate ਕਰਨ ਲਈ ਇਹ ਨਹੀਂ ਹੈਗਾ ਕਿ ਕਿਸੇ ਨੂੰ join ਨਹੀਂ ਕਰਨਾ ਆਉਂਦਾ ਆਪਣਾ ਜੋ ਕਾਰ ਜਾਂਦੀ ਟੱਕਰ ਹੁੰਦੀ ਆਪਾਂ ਕਹਿੰਦੇ ਕਿ ਲੈ ਇਹਨੂੰ ਪ੍ਰੋਪਰ ਬਣਾਉਣਾ ਹੀ ਨਹੀਂ ਆਇਆ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਬਣਾਉਣਾ ਨਹੀਂ ਆਉਂਦਾ ਜਿਹੜਾ ਐਡਾ ਸਾਰਾ ਬਣਾ ਸਕਦੇ ਨਾਲ ਜੋੜ ਵੀ ਸਕਦੇ ਉਹ ਜਸਟ ਗੈਪ ਰੱਖਣਾ ਪੈਂਦਾ ਹੈ ਜਸਟ ਟੂ ਕੰਪਨਸੇਟ ਥਰਮਲ ਐਕਸਪੈਂਸ਼ਨ ਨਹੀਂ ਕੀ ਹੋਏਗਾ ਕਿ ਟੈਂਪਰੇਚਰ ਵਧਿਆ ਐਕਸਪੈਂਡ ਕਰਨ ਦੀ ਟਰਾਈ ਕਰ ਰਿਹਾ ਐਕਸਪੈਂਡ ਕਰਨ ਨੂੰ ਥਾਂ ਨਹੀਂ ਮਿਲੀ ਜਾਂ ਤਾਂ ਉੱਪਰ ਨੂੰ ਉੱਠੂਗਾ ਜਾਂ ਸਟ੍ਰੈਸ ਹੋ ਕੇ ਉਹਦੇ ਚ ਕੁਛ ਨਾ ਕੁਛ ਬ੍ਰੇਕੇ ਜਾਊਗੀ ਕੋਈ ਬਾਉਂਡਰੀ ਵਾਲ ਬਣੀ ਹੋਏ ਤਾਂ ਬਾਉਂਡਰੀ ਵਾਲ ਦੇ ਵਿੱਚ ਵੀ ਕੁਛ ਡਿਸਟੈਂਸ ਤੇ ਇੱਕ ਗੈਪ ਰੱਖਿਆ ਜਾਂਦਾ ਬਹੁਤ ਵੱਡੀ ਵਾਲ ਹੋਏ ਜੇ ਐਸਾ ਸਿੱਧੀ ਵਾਲ ਬਣਾ ਲਓਗੇ ਤਾਂ ਕਿਤੇ ਨਾ ਕਿਤੇ ਕ੍ਰੈਕ ਆ ਜਾਊਗਾ ਇੱਥੇ ਆਪਣੇ ਕਿਤੇ ਤੁਹਾਨੂੰ ਕ੍ਰੈਕ ਦੇ ਘਰੇ ਦੇਖ ਲਓ ਕਿਤੇ ਕ੍ਰੈਕ ਦਿਖ ਰਿਹਾ ਹੋਇਆ ਉਹ ਇਸ ਟਾਈਮ ਤੇ ਕ੍ਰੈਕ ਵੱਡਾ ਹੋ ਜਾਊਗਾ गर्मी ਦੇ ਵਿੱਚ ਉਸੇ ਚੀਜ਼ ਨੂੰ ਆਬਜ਼ਰਵ ਕਰੋਗੇ ਤਾਂ ਕ੍ਰੈਕ ਛੋਟਾ ਹੋ ਜਾਂਦਾ ਇਹ ਥਰਮਲ ਐਕਸਪੈਂਸ਼ਨ ਦਾ ਇਫੈਕਟ थर्मल एक्सपेंशन का इफेक्ट है सर आपने क्या बोला गर्मी में एक्सपेंड कर उल्टा बोल दिया सर उल्टा बोल सर कार का शेयर बड़ा हो जाए नहीं गर्मी में तो सर कार का शेयर गर्मी में क्रैक छोटा होगा ठीक है जी क्योंकि बाकी चीज एक्सपेंड करेगी सर कार में रहता है ओके लिखो थर्मल एक्सपेंशन नो change in dimensions of object
change in dimensions of object due to change in temperature, change in dimensions of object due to change in temperature is called thermal expansion. Change in dimensions of object due to change in temperature, that is called thermal expansion. पहले एप्लीकेशंस ਦੀ ਹੀ ਗੱਲ ਕਰਦੇ ਹਾਂ ਜੋ ਆਪਾਂ ਡਿਸਕਸ ਕਰ ਰਹੇ ਸੀ ਐਪਲੀਕੇਸ਼ਨਸ ਆਫ ਥਰਮਲ ਐਕਸਪੈਂਸ਼ਨ यूज किथे किथे कर रहे हैं इस कॉन्सेप्ट ਨੂੰ ਆਪਾਂ very good. First is concept of thermal expansion is used in mercury thermometer. लिखते हैं it is used in mercury thermometers. Temperature increase करते हैं mercury expand करते हैं बल्ब दे विच expand करके होर किते जा नहीं सकदा उस जो कैपिलरी है उसके विच राइज करते हैं कैपिलरी थिन इसलिए रखते हैं दैट जो भी चेंज आए जे थिन रखांगे तो ज्यादा हाइट दी फॉर्म च आए तो वॉल्यूम चेंज आया जो भी आया gaps are provided in railway tracks or bridges to compensate effect of thermal expansion. Third है ਹਾਂਜੀ ਰੇਲਵੇ ਦਾ ਟਰੈਕ ਉਹਦੇ ਵਿੱਚ ਵੀ ਇੱਕ ਡਿਸਟੈਂਸ ਤੋਂ ਬਾਅਦ ਗੈਪ ਕਾਫੀ ਡਿਸਟੈਂਸ ਨਹੀਂ ਜਸਟ ਇਹ ਹੈ ਕਿ ਇੱਕ ਟਰੈਕ ਪਿਆ ਹੋਇਆ ਰੇਲਵੇ ਦੀ ਲਾਈਨ ਹੈ ਠੀਕ ਹੈ ਜੀ ਇੱਥੇ ਐ ਜੁਆਇਨ ਕੀਤੇ ਹੁੰਦੇ ਇੱਕ ਦੂਸਰੇ ਨਾਲ ਪਰ ਵਿੱਚ ਇੱਕ ਗੈਪ ਰੱਖਿਆ ਹੁੰਦਾ ਇਹਦੇ ਨਾਲ ਮੂਵਮੈਂਟ ਹੋ ਸਕੇ ਅਦਰਵਾਈਜ਼ ਕੀ ਹੋਏਗਾ ਜੇ ਇਹਨੂੰ ਬਿਲਕੁਲ ਜੋੜ ਕੇ ਰੱਖਾਂਗੇ ਤਾਂ ਇਹ ਬਕਲਿੰਗ ਹੋਏਗੀ ਇਸ ਦੀ ਲੈਂਥ ਤਾਂ ਵਧਣੀ ਹੈ ਫਿਰ ਆਰਕ ਸ਼ੇਪ ਚ ਬਣੇਗਾ ਬਿਲਕੁਲ ਓਕੇ नेक्स्ट देखियो थर्मल एक्सपेंशन is used in bimetallic strip used in electric iron as temperature sensor
ਇਲੈਕਟ੍ਰਿਕ ਆਇਰਨ ਪ੍ਰੈਸ ਦੇ ਵਿੱਚ ਬਾਇਓਮੈਟੈਲਿਕ ਸਟ੍ਰਿਪ ਯੂਜ਼ ਹੁੰਦੀ ਹੈ। ਜਿਹਨਾਂ ਆਪਾਂ ਸੈਟਿੰਗ ਕਰਦੇ ਹਾਂ, ਹਾਂਜੀ ਪ੍ਰੈਸ ਆਟੋ ਕੱਟ ਵਾਲੀ ਹੈ, ਗਰਮ ਹੋ ਜਾਂਦੀ ਹੈ, ਆਫ ਹੋ ਜਾਂਦੀ ਹੈ। Yes, sir. ਗੀਜ਼ਰ ਦੇ ਵਿੱਚ ਵੀ ਹੁੰਦਾ। Yes, sir. ਨਾਰਮਲੀ ਜ਼ਿਆਦਾਤਰ ਇੱਥੇ ਏਸੀ ਨੂੰ ਛੱਡਦੀ ਆਪਾਂ ਤੇ ਇਹਦੇ ਚ ਇੱਕ ਬਾਇਓਮੈਟੈਲਿਕ ਸਟ੍ਰਿਪ ਯੂਜ਼ ਹੁੰਦੀ ਹੈ। ਬਾਇਓਮੈਟੈਲਿਕ ਸਟ੍ਰਿਪ ਕੀ ਹੈ? ਦੋ ਸਟ੍ਰਿਪਸ ਹੈ ਜਿਹਦਾ ਥਰਮਲ ਐਕਸਪੈਂਸ਼ਨ ਦਾ ਕੋਐਫੀਸ਼ੀਐਂਟ ਅਲੱਗ-ਅਲੱਗ ਹੈ। ਦੋ ਸਟ੍ਰਿਪਸ ਜੁਆਇਨ ਕੀਤੀਆਂ ਹੋਈਆਂ ਜਿਹਦਾ ਥਰਮਲ ਐਕਸਪੈਂਸ਼ਨ ਦਾ ਕੋਐਫੀਸ਼ੀਐਂਟ ਡਿਫਰੈਂਟ ਹੈ। ਲਾਈਕ ਜੋ orange ਵਾਲੀ ਹੈ, ਲੈਟਸ ਸਪੋਜ਼ ਇਸ ਦਾ ਕੋਐਫੀਸ਼ੀਐਂਟ ਆਫ ਥਰਮਲ ਐਕਸਪੈਂਸ਼ਨ ਉਹਦੇ ਜ਼ਿਆਦਾ ਐਕਸਪੈਂਡ ਕਰਦੀ ਹੈ, ਮੋਰ ਹੈ, ਤੇ ਬਲੂ ਵਾਲੇ ਦਾ ਲੈਸ ਹੈ। ਹੁਣ ਜੇ ਟੈਂਪਰੇਚਰ ਇਨਕਰੀਜ਼ ਕਰੇਗਾ then orange ਜ਼ਿਆਦਾ ਐਕਸਪੈਂਡ ਕਰੇਗੀ, ਬਲੂ ਘੱਟ ਐਕਸਪੈਂਡ ਕਰੇਗੀ। ਫਿਰ ਇਸ ਕੇਸ ਚ ਕੀ ਹੋਏਗਾ ਕਿ ਜੋ orange ਹੈ ਉਹਨੇ ਜ਼ਿਆਦਾ ਐਕਸਪੈਂਡ ਕਰਨਾ, ਉਹਦਾ ਸਾਈਜ਼ ਵੱਡਾ ਹੋ ਜਾਣਾ, ਥੱਲੇ ਜੁਆਇੰਟ ਹੈ, ਉੱਪਰੋਂ ਵੀ ਇਹ ਜੁਆਇੰਟ ਹੀ ਨੇ। ਇੱਕ ਦਾ ਸਾਈਜ਼ ਵੱਧ ਰਹਿਣਾ, ਇੱਕ ਦਾ ਘੱਟ ਰਹਿਣਾ, ਤੇ ਇਹਦੇ ਵਿੱਚ ਕਰਵੇਚਰ ਆਏਗਾ। ਇਹ ਇਸ ਤਰੀਕੇ ਨਾਲ ਬੈਂਡ ਕਰੂਗੀ। ਸਮਝ ਆ ਰਹੀ? ਹੁਣ orange ਵੱਡੀ ਹੋ ਗਈ ਹੈ ਜ਼ਿਆਦਾ, ਬਲੂ ਉਸ ਤੋਂ ਘੱਟ ਵੱਡੀ ਹੋਈ ਹੈ, ਤਾਂ ਉਸ ਦੇ ਅਕੋਰਡਿੰਗ ਇਹਦੇ ਵਿੱਚ ਕਰਵੇਚਰ ਆਏ। orange ਵਾਲੀ ਹੈ ਉਹ ਜ਼ਿਆਦਾ ਐਕਸਪੈਂਡ ਕਰ ਰਹੀ ਹੈ। जस्ट एग्जांपल लइए, ठीक है। जो ऑरेंज वाली स्ट्रिप है वो ज्यादा एक्सपेंड कर रही है, ब्लू वाली स्ट्रिप है वो कट एक्सपेंड कर रही है। मटेरियल है अलग अलग। ਹੁਣ ਜੇ ਟੈਂਪਰੇਚਰ ਇਨਕਰੀਜ਼ ਕਰੇਗਾ ਇਹ ਉਨੀ ਕਰਵ ਹੁੰਦੀ ਜਾਏਗੀ, ਤੇ ਜਿੰਨੀ ਜ਼ਿਆਦਾ ਕਰਵ ਹੋਏਗੀ ਉਨੀ orange ਦੀ ਲੈਂਥ ਜ਼ਿਆਦਾ ਬਣ ਰਹੀ ਹੈ ਐਸ ਕੰਪੇਅਰ ਟੂ ਬਲੂ। ਸਟੇਟ ਹੈ ਤਾਂ ਦੋਨਾਂ ਦੀ ਲੈਂਥ ਇਕੁਅਲ ਹੈ। ਹੁਣ ਜੇ ਟੈਂਪਰੇਚਰ ਡਿਕਰੀਜ਼ ਕਰਾਂਗੇ, ਇਹ ਆਪਾਂ ਕੇਸ ਕਰ ਰਹੇ when temperature is increased। ਟੈਂਪਰੇਚਰ ਡਿਕਰੀਜ਼ ਕਰਾਂਗੇ ਇੱਧਰ ਨੂੰ ਬੈਂਡ ਹੋ ਜਾਏਗੀ ਦੂਸਰੀ ਸਾਈਡ, ਫਿਰ ਇੱਧਰ ਆਏ, ठीक है। क्योंकि फिर ਜਿਹੜੀ एक्सपैंड ज्यादा कर रही है कॉन्ट्रैक्ट भी ज्यादा करेगी टेम्परेचर डिक्रीज कर। तो इस तरह एक मूवमेंट मिलती है। ਆਪਾਂ सर्किट च ਆਪਾਂ किस तरह यूज करते हैं कि कोई सर्किट ਲੱਗਿਆ ਹੋਇਆ है, ਇਸ ਦੇ ਨਾਲ ਆਪਾਂ ਇੱਕ ਕਨੈਕਸ਼ਨ ਲਗਾਤਾ है, मूवेबल है, और पॉइंटर है, मूव करी जा रहे तो बाहर निकल गया था, कनेक्शन डिस्कनेक्ट हो गया, फिर हीटिंग बंद होगी, फिर ठंडा होने लगे तो वापस आई जाता जिसका कि फिर जुड़ गया, फिर ऑन होगी, तो एक टेंपरेचर कंट्रोलर बन जाता। जी आप सैटिंग कर रहे कि हीट होना चाहिए, आप इसमें मूवमेंट दे रहे हैं, जिन्हें ज्यादा मूव कर देंगे इधर तो ज्यादा देर तक एक्सपैंड करके नाल रहूगा, ज्यादा टेंपरेचर तक हीटिंग होंदी रहू। ठीक है जी, ये कॉन्सेप्ट यूज होता है इन इलेक्ट्रिक आयर। एक गल ते बेटा फिर वो ऊपर ਨੂੰ ਵੱਜ ਜਾਂਦੀ। ठीक है जी, बेंडिंग नाल ਆਪਾਂ ਨੂੰ ਜ਼ਿਆਦਾ मूवमेंट मिलती है। ਹੁਣ ਇੱਕ ਤੇ 1 mm ਉੱਪਰ ਹੋ ਗਿਆ, 1 mm ਥੱਲੇ ਹੋ ਗਿਆ, ਉਹ ਤਾਂ ਥੋੜਾ ਬਹੁਤ ਹਿਲ ਕੇ ਲੱਗ ਜੂਗੀ ਨਾਲ। हाँ, फिर एक्सपैंड ही नहीं होगी, साइड से क्यों जाओ। ਇਹ ਤਾਂ ਇਹ ਹੈ ਨਾ ਕਿ ਹੁਣ ਇੱਕ ਜ਼ਿਆਦਾ ਵੱਡੇ ਹੋਣ ਦੀ ਟਰਾਈ ਕਰਦੀ ਹੈ, ਥੋੜਾ ਵੱਡਾ ਹੋਣ ਦੀ ਟਰਾਈ ਕਰਦੀ ਹੈ। ਠੀਕ ਹੈ ਜੀ, ਇੱਕ ਜ਼ਿਆਦਾ ਵੱਧ ਰਹੀ ਸੀ, ਇੱਕ ਘੱਟ ਵੱਧ ਰਹੀ ਸੀ, ਤਾਂ ਐ ਹੋ ਕੇ ਕੰਪਨਸੇਟ ਕਰੂਗੇ। मूवमेंट ही चाहिए सी अपन कनेक्शन ब्रेक करने सर तो परमानेंट स्टील नहीं है, मतलब कि टेंपरेचर इंक्रीज कर देता है फिर वापस फिर आज ये टेंपरेचर घटा दोगे इधर करके सर जी तो सर वापस आओ सर, इधर नाल दी नाल पे टेंपरेचर इंक्रीज हुए तो फिर वापस जाओ। मतलब सर इक्वली ऑफ होने बाद दोबारा अपनी इनिशियल वर्टिकल पोजीशन पे होगी। हां, जिथे ਆਪਾਂ ਸੈੱਟ ਕਰ ओके।
नेक्स्ट लिखियो ਆਪਾਂ ਜਿਹੜੀ ਸਾਈਟ ਦਾ ਟੈਂਪਰੇਚਰ ਕੋਐਫੀਸ਼ੀਐਂਟ ਜ਼ਿਆਦਾ ਹੋਊਗਾ, ਜਿਹੜੀ ਪਰ ਯੂਨਿਟ ਚੇਂਜ ਨਾਲ ਜ਼ਿਆਦਾ ਟੈਂਪਰੇਚਰ ਇਨਕਰੀਜ਼ ਮਤਲਬ ਲੈਂਥ ਚੇਂਜ ਹੋ ਰਹੀ ਹੋਗੀ, ਉਹ ਦੂਸਰੇ ਨੂੰ ਪ੍ਰੈਸ ਕਰ ਦੋ। ਠੀਕ ਹੈ ਜੀ, ਉਸ ਦੀ ਲੈਂਥ ਜ਼ਿਆਦਾ ਰਹਿਣੀ ਹੈ। ਹੁਣ ਕੋਈ ਵੀ ਕਰਵ ਆ ਜੇ, ਜਸਟ ਇੱਕ ਮਿੰਟ, ਕੋਈ ਵੀ ਕਰਵ ਆ ਜੇ, ਜੇ ਸੇਮ ਆਈ ਪਿਆ, ਜਿੰਨੀ ਆਊਟਰ ਬਣਦੀ ਜਾਊਗੀ ਉਹਦੀ ਲੈਂਥ ਜ਼ਿਆਦਾ ਹੋਊਗੀ ਨਾ। ਆਊਟਰ ਸਾਈਡ ਤੇ ਲੈਂਥ ਜ਼ਿਆਦਾ ਆ ਰਹੀ ਹੈ, ਇਨਰ ਸਾਈਡ ਤੇ ਘੱਟ ਆ ਰਹੀ। ਸਟ੍ਰੇਟ ਹੋਵੇ ਤਾਂ ਲੈਂਥ ਸੇਮ ਹੁੰਦੀ। ਠੀਕ ਹੈ, ਜਿੰਨਾ ਆਪਾਂ ਇਹ ਤੋਂ ਉੱਪਰ ਇੱਕ ਹੋਰ ਲੈਂਥ ਲਗਾ ਦਾਂਗੇ, ਉਹਦੀ ਲੈਂਥ ਹੋਰ ਜ਼ਿਆਦਾ ਰੱਖਣੀ ਪਊਗੀ। ਤਾਂ ਇਹ ਡਿਪੈਂਡ ਕਰਦਾ ਹੈ ਕਿਹਦੀ ਲੈਂਥ ਜ਼ਿਆਦਾ ਹੋਊਗੀ, ਕਿਹਦੀ ਲੈਂਥ ਘੱਟ ਹੋਊਗੀ, ਉਸ ਦੇ ਅਕੋਰਡਿੰਗ ਇਹਨੇ ਬੈਂਡ ਕਰਨੀ ਆਉਣੀ। ਠੀਕ ਹੈ ਜੀ, ਜੋ ਟੈਂਪਰੇਚਰ ਇਨਕਰੀਜ਼ ਕਰਨ ਨਾਲ ਐਕਸਪੈਂਡ ਕਰਦਾ, ਡਿਕਰੀਜ਼ ਨਾਲ ਕੰਟਰੈਕਟ ਕਰੂ। ਓਕੇ, फोर्थ है अपने को while mounting a iron ring on wagon wheel or bullock cart, first the ring is made red hot, then it is fixed on wheel and cold water is poured on it for better grip. किन्ने पता है इस चीज का, जो चीज, हाँ जी रुक जाओ फिर। गड्ढे का टायर है कोई, नॉर्मली वुडन व्हील यूज होता है। ठीक है जी, वुडन व्हील दे ऊपर वुडन व्हील है, इसके ऊपर एक आयरन रिंग माउंट किया जाता है। ठीक है जी, वुड तो इजीली ब्रेक कर सकती है। वुड तो ब्रेक कर जाती है इजीली। इसनू प्रिवेंट करने लिए मैटेलिक ਆਪਾਂ ਇੱਕ ਰਿੰਗ ਲਗਾਉਣੀ ਸੀ। ਜਦੋਂ ਇਹ ਬੰਦਾ ਹੈ, ਪਹਿਲਾਂ ਇੱਕ ਚਾਰਕੋਲ ਫਾਇਰ ਤੇ ਰਿੰਗ ਨੂੰ ਰੱਖਦੇ, ਪੂਰਾ ਜਦੋਂ ਰੈੱਡ ਹੌਟ ਹੋ ਜਾਂਦਾ ਹੈ, ਉਦੋਂ ਇਸ ਨੂੰ ਇਸ ਦੇ ਉੱਪਰ ਮਾਊਂਟ ਕਰਦੇ ਆ, ਫਿਕਸਿੰਗ ਕਰਦੇ, ਫਿਕਸਿੰਗ ਕਰਕੇ ਫਿਰ ਇਹਦੇ ਪਾਣੀ ਪਾ ਦਿੰਦੇ। ਠੀਕ ਹੈ ਜੀ, ਹੁਣ ਹੁੰਦਾ ਕੀ ਹੈ ਕਿ ਜਦੋਂ ਆਪਾਂ गर्म करके इसके ऊपर माउंट कर रहे हैं तो ये एक्सपेंडेड है, इससे ना जिन्नी का अपने तो स्ट्रेंथ दी गई, खिंचा गया खिंच लिया। ठीक है जी, जिन्ना टाइट आप कर सकते सी कर लिया, आप कितना जोर लगावांगे होर। ठीक है जी, टाइट हो गया एक बार जिन्ना कला, उस तो बाद जो आप ठंडा कर देने होर ज्यादा टाइट हो जाता है, ग्रिप स्ट्रोंग हो जाती है। ज्यादा स्ट्रॉन्ग ग्रिप होगी तो उतरूगा नीचे। ये नहीं है कि आज कोई स्ट्रेस आया, किते कोई जंप ले आए ने ते उतर जाऊगा।
ठीक है ये चीज ओके ਹੁਣ ਪਹਿਲਾਂ ਇੱਕ ਗੱਲ ਦੱਸਿਓ ਕਿਨੇ ਕਿਨੇ ਦੇਖਿਆ ਜਦੋਂ ਵਿਆਹ ਦੇ ਟਾਈਮ ਤੇ ਬਰਾਤ ਚੱਲਣ ਲੱਗਦੀ ਹੈ ਤੇ ਜਿਹੜੀ ਕਾਰ ਖੜੀ ਹੁੰਦੀ ਉਹਦੇ ਟਾਇਰ ਤੇ ਪਾਣੀ ਪਾ ਦਿੰਦੇ ਕਿਨੇ ਕਿਨੇ ਦੇਖਿਆ ਡੋਲੀ ਵਾਲੀ ਕਾਰ ਜੋ ਹੁੰਦੀ ਹੈ ਉੱਤੇ ਤੇ ਸਵੇਰੇ ਤੁਰਨ ਲੱਗੇ ਟਾਇਰ ਤੇ ਪਾਣੀ ਪਾਉਂਦੇ बैठने लगे मुंडे ਨੂੰ ਪਾਣੀ ਪਿਆ ਕੇ ਤੇ ਫਿਰ ਕਾਰ ਦੇ ਟਾਇਰ ਤੇ ਪਾਣੀ ਦੋ ਸੁਣੇ ਹੁਣ ਐਕਚੁਅਲ ਕੀ ਹੈ ਆ ਨਹੀਂ ਥਰਮਲ ਐਕਸਪੈਂਸ਼ਨ ਨਾਲ ਲਿੰਕ ਨਹੀਂ ਹੈ ਬਾਇਓ ਵਾਲੇ ਨੂੰ ਫੀਨੋਮੀਨਾ ਪਤਾ ਹੋਊਗਾ ਵੈਸੇ ਚਲੋ ਆਪਾਂ ਨੂੰ ਨਾਰਮਲੀ ਸਾਰਿਆਂ ਨੂੰ ਇਹ ਗੱਲ ਵੈਸੇ ਪਤਾ ਹੈ ਕਿ ਲੱਕੜ ਤੇ ਪਾਣੀ ਪਾਉਂਗੇ ਲੱਕੜ ਫੁੱਲ ਜਾਂਦੀ ਹੈ ਸਾਈਜ਼ ਇਨਕਰੀਜ਼ ਕਰ ਜਾਂਦਾ ਜਦੋਂ ਪਹਿਲਾਂ ਦੇ ਟਾਈਮ ਤੇ ਬਰਾਤ ਚੱਲਦੀ ਹੁੰਦੀ ਸੀ ਤਾਂ ਕਹਿੰਦੇ ਸੀ ਚੰਗਾ ਕੀ ਹੁੰਦਾ ਜੇ ਲੱਕੜ ਫੁੱਲ ਜੂਗੀ ਉੱਪਰ ਵਾਲੀ ਗ੍ਰਿਪ ਹੋਰ ਜ਼ਿਆਦਾ ਟਾਈਟ ਹੋ ਜੂਗੀ ਤਾਂ ਰਸਤੇ 'ਚ ਜਾਂਦਿਆਂ ਤੋਂ ਕਿਤੇ ਟਾਇਰ ਨਿਕਲਣ ਦਾ ਡੇਂਜਰ ਨਹੀਂ ਹੋਊਗਾ ਹੁਣ ਕੋਈ ਮੀਨਿੰਗ ਨਹੀਂ ਹੈ ਹੁਣ ਕੋਈ ਮੀਨਿੰਗ ਨਹੀਂ ਹੁਣ ਪੁੱਛੋਗੇ ਬਸ ਆਉਂਦੇ ਹੁੰਦੇ ਆ ਗੱਲਾਂ ਬਹੁਤ ਵਾਰੀ ਸ਼ੁਰੂ ਹੁੰਦੀਆਂ ਗੱਲਾਂ ਬਹੁਤ ਵਾਰੀ ਕਿਸੇ ਰੀਜ਼ਨ ਕਰਕੇ ਸ਼ੁਰੂ ਹੁੰਦੀ ਹੈ ਗੱਲਾਂ ਜਦੋਂ ਸਟਾਰਟ ਹੁੰਦੀ ਉਦੋਂ ਕੋਈ ਰੀਜ਼ਨ ਹੁੰਦਾ ਬਾਅਦ ਵਿੱਚ ਰੀਜ਼ਨ ਖਤਮ ਹੋ ਜਾਂਦਾ ਹੈ ਐਂਡ ਕਰਨਾ ਹੁੰਦਾ ओके क्लियर हो गए ओके नेक्स्ट डिस्कस करते हैं अपन टाइप्स ऑफ थर्मल एक्सपेंशन types of thermal expansion तीन टाइप दी थर्मल एक्सपेंशन है एक मिनट डिस्कस one is linear thermal expansion second is aerial thermal expansion third is volume thermal expansion expansion is just expansion वैसे ਆਪਾਂ ਇਸ ਨੂੰ ਕੈਟਾਗਰਾਈਜ਼ ਕੀਤਾ ਤਿੰਨ ਟਾਈਪ ਚ ਜਸਟ ਕਈ ਵਾਰੀ ਆਪਾਂ ਚੇਂਜ ਇਨ ਲੈਂਥ ਦੇਖ ਰਹੇ ਹਾਂ ਕਿ ਕੋਈ ਵਾਇਰ ਹੈ ਵਾਇਰ ਦੀ ਲੈਂਥ ਕਿੰਨੀ ਚੇਂਜ ਕਰਕੇ ਕੋਈ ਸ਼ੀਟ ਹੈ ਉਹਦਾ ਏਰੀਆ ਕਿੰਨਾ ਚੇਂਜ ਕਰ ਗਿਆ जो सॉलिड ऑब्जेक्ट है उसका वॉल्यूम की चेंज करके डिपेंड करता है कि आप किस चीज दी चेंज नु ऑब्जर्व करना है लेंथ दी चेंज देखनी है एरिया देखना है और वॉल्यूम दी चेंज इस नु आप तीन टाइप दे विच फिर कैटेगराइज करते हैं वैसे तो जस्ट एक्सपेंशन है कि साइज ने दा चेंज होना लीनियर थर्मल एक्सपेंशन इज change in length of object of linear object लिखते हैं अपन linear object such as a rod or ring in which length is very large as compared to other dimensions means thickness or area of cross section और volume से आप comparison कर रहे हैं बाकी dimensions जो आ रही हैं उससे comparatively length बहुत ज्यादा है that object is
linear object. Change in length of a linear object due to change in temperature is called linear thermal expansion. Change in length of a linear object due to change in temperature, that is called linear thermal expansion. लेंथ ਦੇ ਵਿੱਚ ਚੇਂਜ ਆ ਰਿਹਾ। ਆਪਾਂ ਸਪੋਜ਼ ਕਰਦੇ ਹਾਂ ਲਾਈਕ ਆਪਣੇ ਕੋਲੇ ਕੋਈ ਇੱਕ ਰॉड ਹੈ, ਰॉड ਦੀ ਲੈਂਥ ਹੈ L, ਆਪਾਂ ਇਸ ਦਾ ਟੈਂਪਰੇਚਰ ਇਨਕਰੀਜ਼ ਕੀਤਾ, temperature increase कर रहे हैं, पर delta T लिख रहे हैं, delta T is change in temperature. Delta T is change in temperature. Temperature increase किया तो इसकी length change करें, expand करो, और रॉड है कुछ ना कुछ initially expand कर चुकी, expand करके जो इधर change in length आ रहे हैं, delta L कह रहे हैं, this delta L be proportional to change in temperature. बिल्कुल ठीक है। जितना ज्यादा टेम्परेचर इंक्रीज कर रहे हो उतना लीनियरली इंक्रीज कर रहा है, चेंज इन लेंथ उतना ही ज्यादा आ रहा है। तो डिक्रीज कर डेल्टा एल है, ये डेल्टा टी पॉजिटिव चाहते हैं पॉजिटिव चार्ज होगा, डेल्टा टी नेगेटिव चाहता है नेगेटिव चार्ज, एंड दिस चेंज इन लेंथ इज आल्सो प्रोपोर्शनल टू ओरिजिनल लेंथ ऑफ मटेरियल, L नॉट कह देते हैं। चलो ओरिजिनल लेंथ कितनी है इस पे भी डिपेंड कर रहे, एंड टेंपरेचर चेंज कितना कीता उस पे भी डिपेंड कर रहे। जिवें अपने को एक 1 मीटर दी रॉड है, टेंपरेचर चेंज कीता हो 1 सेंटीमीटर इंक्रीज करके मतलब 101 सेंटीमीटर होगी, 1% इंक्रीज करगी लेंथ मान लो, ਹੁਣ ਜਿਹੜੀ 1 ਸੈਂਟੀਮੀਟਰ ਦੀ ਹੋਏਗੀ ਉਹ ਥੋੜੀ 2 ਦੀ ਹੋ ਜਾਏਗੀ, ਉਹਦੇ ਵਿੱਚ ਤਾਂ 1% ਹੀ ਇਨਕਰੀਜ਼ ਆਏਗਾ ਨਾ, ਜੋ ਚੇਂਜ ਆ ਰਿਹਾ ਹੈ ਉਹ ਉਸ ਲੈਂਥ ਦੇ ਪ੍ਰੋਪੋਰਸ਼ਨਲ ਆਏਗਾ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਫ੍ਰੈਕਸ਼ਨਲ ਚੇਂਜ ਆ ਰਿਹਾ ਸੀ ਉਹ ਓਨਲੀ ਟੈਂਪਰੇਚਰ ਦੇ ਪ੍ਰੋਪੋਰਸ਼ਨ ਚ, ਤਾਂ ਆਪਾਂ ਇਹ ਦੋਨੋਂ ਨੂੰ ਅਲੱਗ-ਅਲੱਗ ਕਰਕੇ ਲਿਖ ਰਹੇ ਹਾਂ। ਦਿਸ ਇਜ਼ ਪ੍ਰੋਪੋਰਸ਼ਨਲ ਟੂ ਚੇਂਜ ਇਨ ਟੈਂਪਰੇਚਰ and also proportional to original length. समझ आई? जे 1 मीटर वाली 1 सेंटीमीटर एक्सपेंड कर रही है तो 2 मीटर वाली 2 सेंटीमीटर करोगे, 10 मीटर वाली 10 सेंटीमीटर एक्सपेंड करे, और जो परसेंटेज चेंज आ रही है जिਵੇਂ 1% है तो सब का 1% इंक्रीज हुए, that's why it is proportional to length. तो इत्थे जे आपां प्रोपोर्शनैलिटी कांस्टेंट ला रहे हैं, डेल्टा L इज इक्वल टू अल्फा L डेल्टा T, where this alpha is called coefficient of linear expansion. This is called coefficient of linear expansion or linear coefficient of thermal expansion. This is alpha. Alpha is property of material. कोई मटेरियल ज्यादा एक्सपेंड कर दे टेंपरेचर चेंज करने नाल, कोई घट एक्सपेंड कर दे है। This alpha is property of material. ये मटेरियल दी प्रॉपर्टी है।
किने कितना एक्सपेंड करना है, दिस इज प्रॉपर्टी ऑफ मटेरियल। डेल्टा एल इज एल अल्फा डेल्टा टी। जो कोई मोटी लोड होती है सर वो कट नहीं ਇਹ ਜੀ ਕੁਛ कितने से ना। ओके, अल्फा ਦੇ यूनिट्स ਕੀ ਆਉਣਗੇ? time temperature was 7. Kelvin is per yes. Yeah, K is per minus. डेल्टा एल इज इक्वल टू एल अल्फा डेल्टा टी है। K is per minus 1. सो यूनिट सारे इसते मीटर नाल मीटर कैंसिल हो गए, इधर डिग्री सेल्सियस और केल्विन है, उधर जाके अपॉन हो गया। सो इट इज पर डिग्री सेल्सियस और पर केल्विन, पर डिग्री सेल्सियस और पर केल्विन। अल्फा दी उनकी डेफिनेशन देनी है, ਆਪਾਂ डिफाइन किवें कर सकते अल्फा? डेफिनेशन ऑफ अल्फा, डेल्टा एल अपने कोले एल अल्फा डेल्टा टी आया, ठीक है जी। अपने कोले एल दी वैल्यू आप 1 मीटर यूज कर रहे हैं एंड डेल्टा हाँ जी डेल्टा एल इक्वल टू, बेटा बात समझ लो एक दूसरे तो, डेल्टा एल इक्वल टू अल्फा आएगा इफ आप एल ले रहे हैं 1 मीटर एंड डेल्टा टी इज 1 डिग्री सेल्सियस, देन डेल्टा एल इज इक्वल टू अल्फा आ रहे। तो आप ये कह सकते हैं जी अल्फा की डेफिनेशन आप देनी है दैट कोएफिशिएंट ऑफ लीनियर एक्सपेंशन, coefficient of linear expansion is numerically equal to change in length of a specimen of unit length when its temperature is increased by 1 degree Celsius। अपने को स्पेसिमेन है, स्पेसिमेन ऑफ यूनिट लेंथ 1 मीटर लेंथ, टेम्परेचर इज इंक्रीज्ड बाय 1 डिग्री सेल्सियस। उत्थे जो चेंज इन लेंथ आ रहा है, उत्थे जो चेंज इन लेंथ आ रहा है, दैट इज वैल्यू ऑफ अल्फा, दैट इज कोएफिशिएंट ऑफ लीनियर एक्सपेंशन। इससे तो एरियल एक्सपेंशन बना सकते हैं, उससे आपका कोएफिशिएंट लगावांगे बीटा, वॉल्यूम एक्सपेंशन गामा। ये आज दी असाइनमेंट है, कल नूं कॉपी ते जिवें आ पूरा लीनियर एक्सपेंशन लिखिया है, एरियल एक्सपेंशन एंड वॉल्यूम एक्सपेंशन, ये लिख के लेके आयो। इससे आप डिस्कशन अगली स्टार्ट करें।